Good morning, students. Today we will read and understand chapter number 3 of your syllabus. The name of the chapter is Secret of Happiness. This chapter is written by N.V. Pillai. N.V. Pillai is an author with a positive message in life. N.V. Pillai ਜਿਹੜਾ ਉਹ ਹਮੇਸ਼ਾ ਆਪਣੀ ਰਾਈਟਿੰਗਸ ਦੇ ਵਿੱਚ ਪੋਜ਼ਿਟਿਵ ਮੈਸੇਜ ਦਿੰਦਾ ਜ਼ਿੰਦਗੀ ਜੀਣ ਦਾ. He has written several books in an attempt to teach people the art of living. ਆਰਟ ਆਫ ਲਿਵਿੰਗ ਦਾ ਮਤਲਬ ਕੀ ਹੈ ਕਿ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਢੰਗ. ਜ਼ਿੰਦਗੀ ਤਾਂ ਦੇਖੋ ਸਾਰੇ ਹੀ ਜੀਂਦੇ ਆ, ਪਰ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਵੀ ਇੱਕ ਢੰਗ ਹੁੰਦਾ. ਉਹਦੇ ਬਾਰੇ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਉਹ ਲਿਖੀਆਂ ਹੈਗੀਆਂ ਰਾਈਟਰ ਨੇ. ਦ ਪ੍ਰੈਜ਼ੈਂਟ ਐਕਸਟ੍ਰੈਕਟਸ ਹੈਜ਼ ਬੀਨ ਕਰਲਡ ਫਰੋਮ ਹਿਜ਼ ਬੁੱਕ ਦ ਨਿਊ ਆਰਟ ਆਫ ਲਿਵਿੰਗ. ਇਹ ਜਿਹੜਾ ਚੈਪਟਰ ਹੈ ਇਹ ਉਹਨਾਂ ਦੀ ਨਵੀਂ ਬੁੱਕ ਹੈ ਜਿਹਦਾ ਨਾਮ ਹੈ ਦ ਨਿਊ ਆਰਟ ਆਫ ਲਿਵਿੰਗ. ਉਸ 'ਚੋਂ ਲਿਆ ਗਿਆ. ਇਹਦੇ ਵਿੱਚ ਕੀ ਹੈ ਕਿ ਜਿਵੇਂ ਟਾਈਟਲ 'ਚ ਹੀ ਪਤਾ ਲੱਗ ਰਿਹਾ ਸੀਕ੍ਰੇਟ ਆਫ ਹੈਪੀਨੈਸ, ਕਿ ਜ਼ਿੰਦਗੀ ਨੂੰ ਖੁਸ਼ ਕਿਵੇਂ ਰੱਖਿਆ ਜਾ ਸਕਦਾ, ਖੁਸ਼ ਰਹਿਣ ਦਾ ਰਹੱਸ ਕੀ ਹੈ, ਉਹਦੇ ਬਾਰੇ ਕੁਝ ਗੱਲਾਂ ਰਾਈਟਰ ਨੇ ਦੱਸੀਆਂ. ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਡਾਇਨੈਮਿਕਸ ਆਫ ਸੈਲਫ ਰਿਅਲਾਈਜੇਸ਼ਨ. ਸਭ ਤੋਂ ਪਹਿਲਾਂ ਦਾ ਜਿਹੜਾ ਗਤੀ ਵਿਗਿਆਨ ਹੈ, ਸਾਇੰਸ ਹੈ ਸਪੀਡ ਦੀ, ਉਹ ਕੀ ਹੈ ਕਿ ਆਤਮ ਗਿਆਨ, ਸੈਲਫ ਰਿਅਲਾਈਜੇਸ਼ਨ. ਦ ਗ੍ਰੇਟੈਸਟ ਡੇ ਇਨ ਐਨੀ ਇੰਡੀਵਿਜੂਅਲਸ ਲਾਈਫ is when he begins for the first time to realize himself. ਉਹ ਕਹਿੰਦੇ ਕਿ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਜੀਵਨ ਦਾ ਸਭ ਤੋਂ ਮਹਾਨ ਦਿਨ ਕਿਹੜਾ ਹੁੰਦਾ, ਜਦੋਂ ਉਹਨੂੰ ਆਤਮ ਗਿਆਨ ਹੋਣਾ ਸ਼ੁਰੂ ਹੋ ਜਾਂਦਾ, ਆਤਮ ਗਿਆਨ ਹੋਣ ਲੱਗ ਜਾਂਦਾ. ਆਤਮ ਗਿਆਨ ਦਾ ਮਤਲਬ ਹੁੰਦਾ ਆਪਣੇ ਬਾਰੇ ਜਾਣਨਾ. ਲੋਕਾਂ ਬਾਰੇ ਤਾਂ ਅਸੀਂ ਬਹੁਤ ਕੁਝ ਜਾਣਦੇ ਹਾਂ ਕਿ ਉਹ ਕਿਵੇਂ ਹੈ, ਉਹ ਕਿਵੇਂ ਆ, ਆਪਾਂ ਦਾਅਵਾ ਵੀ ਕਰਦੇ ਹਾਂ ਕਿ ਮੈਂ ਤੇਰੇ ਬਾਰੇ ਸਾਰਾ ਕੁਝ ਜਾਣਦਾ, ਬਟ ਵੱਡੀ ਗੱਲ ਇਹ ਨਹੀਂ ਹੁੰਦੀ. ਵੱਡੀ ਗੱਲ ਹੁੰਦੀ ਹੈ ਆਪਣੇ ਬਾਰੇ ਜਾਣਨਾ, ਆਪਣੀਆਂ ਅੱਛਾਈਆਂ ਬਾਰੇ, ਆਪਣੀਆਂ ਕਮੀਆਂ ਬਾਰੇ, ਆਪਣੇ ਆਪ ਨੂੰ ਅਸੀਂ ਕਿੱਦਾਂ ਚੇਂਜ ਕਰ ਸਕਦੇ ਹਾਂ. ਤਾਂ ਹੀ ਪਤਾ ਲੱਗੇਗਾ ਜਦੋਂ ਆਪਣੀ ਕਮੀਆਂ ਦਾ ਪਤਾ ਲੱਗੇਗਾ. ਦੈਟ ਇਜ਼ ਕਾਲਡ ਸੈਲਫ ਰਿਅਲਾਈਜੇਸ਼ਨ. ਇਟ ਹੈਪਨਡ ਟੂ ਅ ਕਾਲਜ ਸਟੂਡੈਂਟ ਫਰੈਂਡ ਆਫ ਮਾਈਨ ਵਾਂਸ ਵਿਦ ਡਰਾਮੈਟਿਕ ਸੈਡਨੈਸ. ਇਹ ਜਿਹੜੀ ਚੀਜ਼ ਸੀ ਸੈਲਫ ਰਿਅਲਾਈਜੇਸ਼ਨ, ਇਹ ਮੇਰੇ ਇੱਕ ਜਿਹੜਾ ਮਿੱਤਰ ਸੀ, ਰਾਈਟਰ ਕਹਿੰਦਾ ਕਿ ਉਹਦਾ ਜਿਹੜਾ ਇੱਕ ਮਿੱਤਰ ਸੀ ਜਿਹੜਾ ਕਿ ਕਾਲਜ ਦਾ ਸਟੂਡੈਂਟ ਸੀ, ਅਜਿਹੀ ਘਟਨਾ ਉਹਦੇ ਨਾਲ ਡਰਾਮੈਟਿਕ ਮਤਲਬ ਨਾਟਕ ਦੇ ਰੂਪ ਵਿੱਚ ਅਚਾਨਕ ਸਡਨਨੈਸ ਮਤਲਬ ਅਚਾਨਕ ਉਹਦੀ ਜ਼ਿੰਦਗੀ ਵਿੱਚ ਇਹ ਚੀਜ਼ ਹੋਈ. ਹੀ ਵਾਜ਼ ਐਜ਼ ਅਨਸਕਸੈਸਫੁਲ ਇਨ ਹਿਜ਼ ਸਟੱਡੀਜ਼ ਐਜ਼ ਹੀ ਵਾਜ਼ ਐਫੀਸ਼ੀਐਂਟ ਅਪੋਨ ਦਾ ਐਥਲੈਟਿਕ ਫੀਲਡ. ਜਿਹੜਾ ਮੇਰਾ ਦੋਸਤ ਸੀ ਉਹ ਆਪਣੀ ਪੜ੍ਹਾਈ ਵਿੱਚ ਓਨਾ ਜ਼ਿਆਦਾ ਸਕਸੈਸਫੁਲ ਨਹੀਂ ਸੀ ਜਿੰਨਾ ਕਿ ਉਹ ਖੇਡ ਦੇ ਮੈਦਾਨ ਵਿੱਚ ਸਫਲ ਸੀ. ਯਾਨੀ ਕਿ ਉਹ ਗੁੱਡ ਪਲੇਅਰ ਤਾਂ ਜ਼ਰੂਰ ਸੀ ਬਟ ਇੱਕ ਗੁੱਡ ਸਟੂਡੈਂਟ ਨਹੀਂ ਸੀ. ਡੈਸਟਨੀ ਹਾਊਐਵਰ ਹੈਜ਼ ਇਟਸ ਓਨ ਸਟਰੇਂਜ ਵੇਜ਼. ਡੈਸਟਨੀ ਹੁੰਦੀ ਹੈ ਕਿਸਮਤ, ਜਦ ਕਿ ਕਿਸਮਤ ਜਿਹੜੀ ਹੈ ਉਹਦੇ ਆਪਣੇ ਹੀ ਲੋਕਾਂ ਨੂੰ ਮਤਲਬ ਸਿਖਾਉਣ ਦਾ ਅਲੱਗ ਹੀ ਢੰਗ ਹੁੰਦਾ. One day in the class in psychology, our student friend suddenly became enthralled as the professor described how the average man fails because he does not learn to control and consolidate his powers. ਇੱਕ ਵਾਰੀ ਕੀ ਹੈ ਕਿ ਸਾਈਕੋਲੋਜੀ ਮਤਲਬ ਮਨੋਵਿਗਿਆਨ ਦੀ ਕਲਾਸ ਚੱਲ ਰਹੀ ਸੀ, ਸਾਈਕੋਲੋਜੀ ਦੀ ਕਲਾਸ ਚੱਲ ਰਹੀ ਸੀ, ਅਤੇ ਮੇਰਾ ਜਿਹੜਾ ਮਿੱਤਰ ਹੈ ਉਹਨੂੰ ਪਤਾ ਲੱਗਿਆ ਕਿ ਜਦੋਂ ਪ੍ਰੋਫੈਸਰ ਨੇ ਦੱਸਿਆ ਕਿ ਇੱਕ ਜਿਹੜਾ ਐਵਰੇਜ ਮੈਨ ਹੈ, ਇੱਕ ਔਸਤ ਮੈਨ ਹੈ, ਆਮ ਆਦਮੀ ਜਿਹੜਾ ਉਹ ਅਸਫਲ ਕਿਉਂ ਹੁੰਦਾ ਕਿਉਂਕਿ ਉਹ ਆਪਣੀਆਂ ਸ਼ਕਤੀਆਂ 'ਤੇ ਨਿਯੰਤਰਣ ਕਰਨਾ ਅਤੇ ਉਹਨਾਂ ਨੂੰ ਮਜ਼ਬੂਤ ਕਰਨਾ ਨਹੀਂ ਸਿੱਖਦਾ. ਉਹਨੂੰ ਆਪਣੀਆਂ ਜਿਹੜੀਆਂ ਪਾਵਰਸ ਹੈ ਉਹਨਾਂ ਨੂੰ ਕੰਟਰੋਲ ਨਹੀਂ ਕਰਦਾ, ਅਤੇ ਨਾ ਹੀ ਉਹ ਆਪਣੇ ਉੱਪਰ ਆਪਣੀ ਸ਼ਕਤੀਆਂ ਦੇ ਉੱਪਰ ਉਹਦਾ ਕਾਬੂ ਹੁੰਦਾ, ਆਪਣੀ ਸ਼ਕਤੀਆਂ ਬਾਰੇ ਉਹਨੂੰ ਪਤਾ ਹੁੰਦਾ, ਜਿਹਦੇ ਕਰਕੇ ਉਹ ਜ਼ਿੰਦਗੀ ਦੇ ਵਿੱਚ ਕੀ ਹੈ ਫੇਲ ਹੋ ਜਾਂਦਾ. ਹੀ ਯੂਜ਼ਡ ਦਾ ਫੈਮੀਲੀਅਰ ਇਲੂਸਟ੍ਰੇਸ਼ਨ ਆਫ ਬਰਨਿੰਗ ਗਲਾਸ. ਇਲੂਸਟ੍ਰੇਸ਼ਨ ਦਾ ਮਤਲਬ ਹੁੰਦਾ ਉਦਾਹਰਣ, ਐਗਜ਼ਾਮਪਲ. ਇਹ ਸਮਝਾਉਣ ਲਈ ਉਹ ਜਿਹੜੇ ਪ੍ਰੋਫੈਸਰ ਸੀਗੇ ਉਹਨਾਂ ਨੇ ਜਲਾਉਣ ਵਾਲਾ ਜਿਹੜਾ ਸ਼ੀਸ਼ਾ ਹੈ ਉਹਦੇ ਬਾਰੇ ਜਾਣ ਪਛਾਣ ਕਰਾਉਂਦੇ ਇਹ ਜਿਹੜਾ ਉਦਾਹਰਣ ਹੈ ਉਹਦਾ ਪ੍ਰਯੋਗ ਕੀਤਾ, ਉਹਨੂੰ ਯੂਜ਼ ਕੀਤਾ. The rays of the sun falling upon the piece of paper having little effect. Let them however be will quickly burn a hole in the paper. ਉਹਨਾਂ ਨੇ ਕੀ ਕੀਤਾ ਕਿ ਕਾਗਜ਼ ਦੇ ਇੱਕ ਟੁਕੜੇ 'ਤੇ ਪੈਂਦੀਆਂ ਹੋਈਆਂ ਜਿਹੜੀਆਂ ਸਨ ਰੇਜ਼ਿਸ ਸੀ, ਸੂਰਜ ਦੀਆਂ ਕਿਰਨਾਂ ਸੀ, ਜਦੋਂ ਕਾਗਜ਼ ਦਾ ਟੁਕੜਾ ਸੀ ਤਾਂ ਉਸ ਗਲਾਸ 'ਤੇ ਕੋਈ ਵੀ ਪ੍ਰਭਾਵ ਨਹੀਂ ਪੈ ਰਿਹਾ ਸੀ. ਪਰ ਜੇ ਉਸ ਸ਼ੀਸ਼ੇ ਦੁਆਰਾ ਉਹਨਾਂ ਨੂੰ ਸੈਂਟਰ ਕਰ ਦਿੱਤਾ ਜਾਏ
ਉਹ ਜਿਹੜੀਆਂ ਰੇਜ਼ ਹੈ ਉਹਨਾਂ ਨੂੰ ਸੈਂਟਰ ਕਰ ਦਿੱਤਾ ਜਾਏ ਅਤੇ ਬਹੁਤ ਜ਼ਿਆਦਾ ਗਰਮੀ ਦੇ ਦਿੱਤੀ ਜਾਏ ਤਾਂ ਉਹ ਕਾਗਜ਼ ਜਿਹੜਾ ਜਲਦੀ ਹੀ ਉਹਦੇ ਵਿੱਚ ਹੋਲ ਮਤਲਬ ਕਿ ਛੇਦ, ਉਹਦੇ ਵਿੱਚ ਜਲਦੀ ਹੀ ਛੇਦ ਹੋ ਜਾਏਗਾ। ਯਾਨੀ ਕਿ ਜੇ ਪਾਵਰ ਆਪਣੀ ਜ਼ਿਆਦਾ ਲਗਾਏਗਾ ਸਨ ਜਿਹੜਾ ਉਹ ਪੂਰੀ ਪਾਵਰ ਆਪਣੀ ਇੱਕੋ ਹੀ ਜਗ੍ਹਾ 'ਤੇ ਕੇਂਦਰਿਤ ਕਰ ਦੇਗਾ ਤਾਂ ਉਹ ਸਕਸੈਸਫੁਲ ਹੋ ਜਾਏਗਾ। ਆਪਣੀ ਜਿਹੜੀ ਆਪਣੀ ਪਾਵਰ ਹੈ ਉਹਦੀ ਜਿਹੜੀ ਪਾਵਰ ਹੈ ਉਹ ਬਹੁਤ ਜ਼ਿਆਦਾ ਪਲੱਸ ਹੋ ਜਾਏਗੀ। ਜਿਵੇਂ ਕਿ ਆਪਾਂ ਫੋਰ ਐਗਜ਼ਾਮਪਲ ਦੇਖੋ ਇਸ ਚੀਜ਼ ਨੂੰ ਆਪਾਂ ਇੱਦਾਂ ਵੀ ਸਮਝ ਸਕਦੇ ਹਾਂ ਕਿ ਹਰ ਇੱਕ ਇਨਸਾਨ ਕੋਲ ਜਿਹੜੀ ਪਾਵਰ ਹੈ ਉਹ ਤਾਂ ਹੁੰਦੀ ਹੈ, ਪਰ ਆਪਾਂ ਨੂੰ ਐਵੇਂ ਨਹੀਂ ਪਤਾ ਹੁੰਦਾ ਕਿ ਆਪਾਂ ਕੋਲ ਕਿੰਨੀ ਕੁ ਪਾਵਰ ਹੈ, ਮਤਲਬ ਆਪਾਂ ਕਿਸ ਤਰ੍ਹਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਏਗਾ ਕਿ ਨੋਰਮਲ ਸਿਚੁਏਸ਼ਨਸ ਦੇ ਵਿੱਚ ਜਿਹੜਾ, ਚਲੋ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਸਪੋਜ਼ ਕਰੋ ਕਿ ਤੁਹਾਨੂੰ ਕੋਈ ਕਹਿ ਰਿਹਾ ਕਿ ਤੁਸੀਂ ਰਨ ਕਰੋ, ਠੀਕ ਹੈ, ਤੁਸੀਂ ਭੱਜੋ ਅਤੇ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਕਹੋਗੇ ਵੀ ਨਹੀਂ ਮੈਂ ਤਾਂ ਬਿਨਾਂ ਗੱਲ ਤੋਂ ਭੱਜਦਾ ਹੀ ਨਹੀਂ, ਹੈ ਨਾ, ਠੀਕ ਹੈ। ਫਿਰ ਵੀ ਚਲੋ ਤੁਸੀਂ ਭੱਜਣਾ ਸ਼ੁਰੂ ਕਰੋਗੇ, ਪਰ ਜੇ ਤੁਸੀਂ ਇੱਕ ਨੋਰਮਲ ਭੱਜੋਗੇ ਤਾਂ ਇੰਨੀ ਸਪੀਡ ਨਹੀਂ ਹੋਏਗੀ। ਜੇ ਤੁਹਾਡੇ ਪਿੱਛੇ ਕੋਈ ਡੌਗ ਪੈ ਗਿਆ ਤਾਂ ਤੁਹਾਡੀ ਜਿਹੜੀ ਸਪੀਡ ਹੈ ਆਟੋਮੈਟਿਕਲੀ ਉਹ ਪਲੱਸ ਹੋ ਸਕਦਾ, ਉਸ ਤੋਂ 3 ਗੁਣਾ ਜਾਂ 4 ਗੁਣਾ ਵੀ ਹੋ ਸਕਦੀ ਹੈ, ਕਿਉਂਕਿ ਉਸ ਟਾਈਮ ਤੁਸੀਂ ਆਪਣੀ ਜਾਨ ਬਚਾਉਣੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਤੁਸੀਂ ਪਹਿਲਾਂ ਭੱਜ ਰਹੇ ਸੀਗੇ ਤਾਂ ਮਤਲਬ ਕਿ ਤੁਹਾਡੇ ਵਿੱਚ ਉਸ ਤੋਂ ਮਤਲਬ 3 ਗੁਣਾ ਜਾਂ 4 ਗੁਣਾ ਭੱਜਣ ਦੀ ਤਾਕਤ ਨਹੀਂ ਸੀ, ਬਟ ਤੁਸੀਂ ਉਹਨੂੰ ਯੂਜ਼ ਨਹੀਂ ਕਰ ਰਹੇ ਸੀ। ਕਈ ਵਾਰੀ ਐਵੇਂ ਹੁੰਦਾ, ਪਰ ਜਦੋਂ ਤੁਹਾਡੀ ਲਾਈਫ ਜਿਹੜੀ ਹੈ ਡੇਂਜਰ ਵਿੱਚ ਪੈ ਗਈ ਤਾਂ ਉਹ ਜਿਹੜੀ ਸਪੀਡ ਸੀ ਉਹ ਤੁਹਾਡੀ ਆਪਣੇ ਆਪ ਪਲੱਸ ਹੋ ਗਈ, ਕਿਉਂਕਿ ਉਸ ਟਾਈਮ ਲਾਈਫ ਐਂਡ ਡੈਥ ਦਾ ਸਵਾਲ ਹੋ ਗਿਆ ਸੀ। ਤੁਹਾਨੂੰ ਇਹ ਸੀ ਕਿ ਡੌਗ ਜਿਹੜਾ ਉਹ ਤੁਹਾਨੂੰ ਕਿਤੇ ਨੁਕਸਾਨ ਨਾ ਪਹੁੰਚਾਏ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਓਨੀ ਸਪੀਡ ਦੇ ਨਾਲ ਭੱਜ ਨਹੀਂ ਸਕਦੇ। ਕਹਿਣ ਦਾ ਮਤਲਬ ਕੀ ਹੈ ਕਿ ਕਈ ਵਾਰੀ ਆਪਣੇ ਕੋਲ ਪਾਵਰ ਹੁੰਦੀ ਹੈ ਬਟ ਅਸੀਂ ਉਹਨੂੰ ਯੂਜ਼ ਨਹੀਂ ਕਰਦੇ, ਕਿਉਂਕਿ ਸਾਨੂੰ ਲੱਗਦਾ ਕਿ ਨਹੀਂ ਉਹਨੂੰ ਯੂਜ਼ ਕਰਨ ਦੀ ਲੋੜ ਨਹੀਂ ਹੈ। ਪਰ ਜੇ ਉਸ ਪਾਵਰ ਨੂੰ ਅਸੀਂ ਯੂਜ਼ ਕਰੀਏ ਤਾਂ ਉਹੀ ਸੇਮ ਕੰਮ ਜਿਹੜਾ ਉਹ ਅਸੀਂ ਜ਼ਿਆਦਾ ਇਫੈਕਟਿਵਲੀ, ਜ਼ਿਆਦਾ ਸਹੀ ਤਰੀਕੇ ਨਾਲ ਅਤੇ ਜ਼ਿਆਦਾ ਸਪੀਡ ਦੇ ਨਾਲ ਕਰ ਸਕਦੇ ਹਾਂ। The professor pointed out that the man who succeeds in one is the one who can draw his dissipated and therefore fertile powers to focus। ਪ੍ਰੋਫੈਸਰ ਜਿਹੜਾ ਉਹਨੇ ਇਹ ਦੱਸਿਆ ਕਿ ਇੱਕ ਸਫਲ ਵਿਅਕਤੀ ਜਿਹੜਾ ਉਹ ਹੀ ਹੁੰਦਾ ਜੋ ਆਪਣੀਆਂ ਕਮਜ਼ੋਰ ਹੋ ਚੁੱਕੀਆਂ ਅਤੇ ਇਸ ਤਰ੍ਹਾਂ ਬੇਕਾਰ ਪਈਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਫੋਕਸ ਕਰੇ, ਉਹਨਾਂ ਨੂੰ ਸੈਂਟਰ ਵਿੱਚ ਲੈ ਕੇ ਆਏ, ਕੇਂਦਰ ਦੇ ਵਿੱਚ ਲੈ ਕੇ ਆਏ। ਡਿਸੀਪੇਟਡ ਦਾ ਮਤਲਬ ਹੁੰਦਾ ਕਮਜ਼ੋਰ ਹੋ ਜਾਣੀਆਂ। ਹੁਣ ਕੀ ਹੈ, ਉਹੀ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਥਰੂ ਸਮਝਾਈ ਸੀ ਕਿ ਅਸੀਂ ਸਕਸੀਡ ਹੀ ਤਾਂ ਹੋ ਸਕਦੇ ਹਾਂ ਜੇ ਅਸੀਂ ਆਪਣੀ ਪਾਵਰਸ ਨੂੰ ਜਿਹੜਾ ਉਹ ਕੇਂਦਰਿਤ ਕਰੀਏ, ਆਪਣੀ ਪਾਵਰਸ ਦੇ ਉੱਪਰ ਫੋਕਸ ਕਰੀਏ। Our student said that in a flashing illumination he saw the cause of his own failure and oblivious of all in the room, and under spell of a veritable new birth leaped to his feet crying, I see it, I see it। ਹੁਣ ਉਹ ਜਿਹੜਾ ਸਟੂਡੈਂਟ ਸੀਗਾ, ਵਿਦਿਆਰਥੀ ਜਿਹੜਾ ਸੀ, ਉਹਨੇ ਕਿਹਾ ਕਿ ਮਤਲਬ ਕਿ ਇਹ ਜਿਹੜੀ ਰੋਸ਼ਨੀ ਸੀ, ਸੂਰਜ ਦੀ ਰੋਸ਼ਨੀ ਸੀ, ਇਹਦੇ ਨਾਲ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਮੈਨੂੰ ਪਤਾ ਲੱਗ ਚੁੱਕਿਆ ਕਿ ਮੇਰੀ ਅਸਫਲਤਾ ਦਾ ਕੀ ਕਾਰਨ ਹੈ। ਯਾਨੀ ਕਿ ਉਹਨੂੰ ਇਹ ਚੀਜ਼ ਪਤਾ ਲੱਗ ਗਈ ਸੀ ਕਿ ਉਹ ਅਸਫਲ ਕਿਉਂ ਹੋ ਰਿਹਾ ਸਟੱਡੀਜ਼ ਦੇ ਵਿੱਚ, ਕਿਉਂਕਿ ਉਹ ਉਹਦੇ 'ਤੇ ਪੂਰੀ ਤਰ੍ਹਾਂ ਫੋਕਸ ਨਹੀਂ ਕਰ ਰਿਹਾ। ਅਤੇ ਉਹ ਕਮਰੇ ਵਿੱਚ ਬੈਠੇ ਸਾਰੇ ਜਿੰਨੇ ਵੀ ਬੰਦੇ ਸੀ ਉਹਨੂੰ ਜਾਣਦੇ ਨਹੀਂ ਸੀ, ਪਰ ਉਹਨੂੰ ਐਵੇਂ ਲੱਗਿਆ ਕਿ ਉਹਦਾ ਇੱਕ ਨਵਾਂ ਜਨਮ ਹੋਇਆ, ਕਿਉਂਕਿ ਉਸ ਟਾਈਮ ਉਹਨੂੰ ਸੈਲਫ ਰਿਅਲਾਈਜੇਸ਼ਨ ਹੋ ਚੁੱਕੀ ਸੀ। ਅਤੇ ਜਦੋਂ ਉਹਨੂੰ ਸੈਲਫ ਰਿਅਲਾਈਜੇਸ਼ਨ ਹੋ ਗਈ ਤਾਂ ਉਹ ਖੁਸ਼ੀ ਦੇ ਨਾਲ ਉਛਲ ਕੇ ਚੀਕਣ ਲੱਗ ਪਿਆ ਕਿ ਮੈਂ ਸਮਝ ਗਿਆ, ਮੈਂ ਸਮਝ ਗਿਆ। I see it। What had happened? He had met himself, a new self, his real self, which he never before had seen, and revelation changed him from a failure to potential success। ਹੁਣ ਉਹ ਕਹਿੰਦੇ ਕਿ ਕਿਹੜੀ ਚੀਜ਼ ਜਿਹੜੀ ਹੈ, ਹੁਣ ਉਹ ਇੰਨਾ ਜ਼ਿਆਦਾ ਖੁਸ਼ ਕਿਉਂ ਸੀ, ਕਿਉਂਕਿ ਉਹ ਖੁਦ ਨਾਲ ਉਹਦਾ ਮਿਲਨ ਹੋ ਚੁੱਕਾ ਸੀ, ਸੈਲਫ ਰਿਅਲਾਈਜੇਸ਼ਨ ਹੋ ਚੁੱਕੀ ਸੀ ਉਹਨੂੰ, ਅਤੇ ਇੱਕ ਨਵੀਂ ਸ਼ਖਸੀਅਤ, ਉਹਦੀ ਇੱਕ ਅਸਲੀ ਸ਼ਖਸੀਅਤ ਜਿਸ ਨੂੰ ਉਹਨੇ ਪਹਿਲਾਂ ਕਦੀ ਨਹੀਂ ਦੇਖਿਆ ਸੀਗਾ, ਉਹ ਰਹੱਸ ਜਿਹੜਾ ਸੀ, ਉਹ ਸੀਕਰਟ ਜਿਹੜਾ ਸੀ ਉਹਦੀ ਅਸਫਲਤਾ ਦਾ ਹੁਣ ਉਹਨੂੰ ਪਤਾ ਲੱਗ ਚੁੱਕਾ ਸੀ, ਜਿਹਦੇ ਕਰਕੇ ਉਹ ਉਹਨੂੰ ਸਫਲਤਾ ਦੇ ਵਿੱਚ ਬਦਲ ਸਕਦਾ ਸੀ। ਅਤੇ ਕੀ ਹੈ ਕਿ ਮੇਕ ਹਿਮ ਫਰੋਮ ਫੇਲੀਅਰ ਟੂ ਪੋਟੈਂਸ਼ੀਅਲ ਸਕਸੈਸ ਦਾ ਪੋਸੀਬਿਲਿਟੀ ਆਫ ਵਿਚ ਵਰ ਲੇਟਰ ਅਬੰਡੈਂਟਲੀ ਰਿਅਲਾਈਜ਼ਡ। ਅਬੰਡੈਂਟਲੀ ਮਤਲਬ ਕਾਫੀ ਮਾਤਰਾ ਦੇ ਵਿੱਚ, ਬਾਅਦ ਵਿੱਚ ਉਹਨੂੰ ਆਪਣੀਆਂ ਜਿਹੜੀਆਂ ਪਾਵਰਸ ਸੀ ਉਹਨਾਂ ਦਾ ਕਾਫੀ ਮਾਤਰਾ ਵਿੱਚ ਉਹਨੂੰ ਗਿਆਨ ਹੋ ਚੁੱਕਾ ਸੀ।
ਹੀ ਵਾਜ਼ ਨਾਓ ਗ੍ਰੈਂਡ ਸਕਸੈਸ ਇਨ ਵਟ ਐਵਰ ਹੀ ਚੂਜ਼ ਟੂ ਡੂ। ਜਿਹੜੇ ਵੀ ਫੀਲਡ ਦੇ ਵਿੱਚ ਉਹ ਜਾਂਦਾ, ਚਾਹੇ ਉਹ ਪਹਿਲਾਂ ਤਾਂ ਇਕੱਲਾ ਐਥਲੀਟ ਸੀਗਾ ਵਧੀਆ, ਉਸ ਤੋਂ ਬਾਅਦ ਉਹਨੇ ਜਿਹੜੀ ਵੀ ਫੀਲਡ ਨੂੰ ਅਜ਼ਮਾਇਆ, ਯਾਨੀ ਕਿ ਚਾਹੇ ਸਟੱਡੀ ਹੋਏ, ਜੋਬ ਹੋਏ, ਕਿਸੇ ਵੀ ਚੀਜ਼ ਦੇ ਵਿੱਚ ਉਹ ਹਮੇਸ਼ਾ ਕੀ ਸੀ, ਸਕਸੈਸਫੁਲ ਹੀ ਹੁੰਦਾ ਸੀ।